हाँ जी, स्वागत है ਤੁਹਾਡਾ ਮੇਰੇ YouTube ਚੈਨਲ JGH ਐਜੂਕੇਸ਼ਨ ਪੁਆਇੰਟ ਦੇ ਵਿੱਚ। ਹੁਣ ਤੱਕ ਆਪਾਂ ਸਿੰਧ ਘਾਟੀ ਦੀ ਸੱਭਿਅਤਾ, ਵੈਦਿਕ ਸੱਭਿਅਤਾ, ਜੈਨ ਮਤ, ਬੁੱਧ ਮਤ, ਮੌਰੀਆ ਸਾਮਰਾਜ ਦੇ ਵਿੱਚ ਚੰਦਰਗੁਪਤ ਮੌਰੀਆ, ਫਿਰ ਬਿੰਦੂਸਾਰ, ਚੰਦਰਗੁਪਤ ਪਹਿਲਾ, ਚੰਦਰਗੁਪਤ ਦੂਜਾ, ਅਸ਼ੋਕ, ਗੁਪਤ ਸਾਮਰਾਜ ਜਾਂ ਗੁਪਤ ਕਾਲ, ਸਮੁੰਦਰ ਗੁਪਤ ਅਤੇ ਹਰਸ਼ਵਰਧਨ ਬਾਰੇ ਪੜ੍ਹ ਚੁੱਕੇ ਹਾਂ। ਜਿਨ੍ਹਾਂ ਨੇ ਵੀ ਮੇਰੇ ਇਹ ਲੈਸਨ ਪੜ੍ਹਾਏ ਹੋਏ ਨਹੀਂ ਦੇਖੇ, ਉਹ ਮੇਰੇ ਚੈਨਲ ਦੇ ਉੱਪਰ ਜਾ ਕੇ ਇਹਨਾਂ ਨੂੰ ਦੇਖ ਸਕਦਾ ਹੈ। ਅੱਜ ਆਪਾਂ ਰਾਸ਼ਟਰਕੂਟ ਵੰਸ਼ ਜਾਂ ਰਾਸ਼ਟਰਕੂਟ ਡਾਇਨੈਸਟੀ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਚਲੋ ਜੀ ਸ਼ੁਰੂ ਕਰਦੇ ਹਾਂ। ਰਾਸ਼ਟਰਕੂਟ ਵੰਸ਼। ਰਾਸ਼ਟਰਕੂਟ ਵੰਸ਼ ਦੱਖਣ ਦੇ ਪ੍ਰਮੁੱਖ ਰਾਜਵੰਸ਼ਾਂ ਵਿੱਚੋਂ ਇੱਕ ਹੈ। ਇਸਨੇ 8ਵੀਂ ਤੋਂ 10ਵੀਂ ਸਦੀ ਤੱਕ ਸ਼ਾਸਨ ਕੀਤਾ। ਇਸ ਵੰਸ਼ ਦਾ ਦੱਖਣ ਦੀ ਰਾਜਨੀਤੀ ਅਤੇ ਸੱਭਿਆਚਾਰ ਵਿੱਚ ਵਡਮੁੱਲਾ ਯੋਗਦਾਨ ਹੈ। ਇਸ ਵੰਸ਼ ਦੇ ਕਿਹੜੇ ਸ਼ਾਸਕ ਹੋਏ ਹਨ, ਆਪਾਂ ਹੇਠ ਲਿਖੇ ਅਨੁਸਾਰ ਇਹਨਾਂ ਬਾਰੇ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਦੰਤੀ ਦੁਰਗ ਬਾਰੇ। ਦੰਤੀ ਦੁਰਗ ਨੂੰ ਰਾਸ਼ਟਰਕੂਟ ਵੰਸ਼ ਦਾ ਅਸਲ ਮੋਢੀ ਮੰਨਿਆ ਜਾਂਦਾ ਹੈ। ਉਸਨੇ 353 ਈਸਵੀ ਤੋਂ 758 ਈਸਵੀ ਤੱਕ 753 ਈਸਵੀ ਤੋਂ 758 ਈਸਵੀ ਤੱਕ ਸ਼ਾਸਨ ਕੀਤਾ। ਉਹ ਇੱਕ ਬਹਾਦਰ ਯੋਧਾ ਸੀ। ਉਸਨੇ ਮਹਾਧਿਰਾਜ, ਪਰਮੇਸ਼ਵਰ, ਪਰਮ ਭਟਾਰਕ ਅਤੇ ਪ੍ਰਿਥਵੀ ਵੱਲਭ ਨਾਂ ਦੀਆਂ ਉਪਾਧੀਆਂ ਧਾਰਨ ਕੀਤੀਆਂ। ਕਈ ਵਾਰ ਆ ਜਾਂਦਾ ਹੈ ਵੀ ਦੰਤੀ ਦੁਰਗ ਜਾਂ ਰਾਸ਼ਟਰਕੂਟ ਵੰਸ਼ ਦਾ ਅਸਲ ਮੋਢੀ ਜਾਂ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ, ਤਾਂ ਆਪਾਂ ਉੱਥੇ ਕਹਿ ਸਕਦੇ ਹਾਂ ਵੀ ਦੰਤੀ ਦੁਰਗ ਨੂੰ ਰਾਸ਼ਟਰਕੂਟ ਵੰਸ਼ ਦਾ ਮੋਢੀ ਮੰਨਿਆ ਜਾਂਦਾ ਹੈ। ਫਿਰ ਗੱਲ ਕਰਦੇ ਹਾਂ ਵੀ ਇਹਨਾਂ ਨੇ ਕਿਹੜੀਆਂ ਉਪਾਧੀਆਂ ਧਾਰਨ ਕੀਤੀਆਂ ਸੀ। ਜੇ ਕਈ ਵਾਰ ਆ ਜਾਂਦਾ ਹੈ ਵੀ ਦੰਤੀ ਦੁਰਗ ਨੇ ਕਿਹੜੀਆਂ ਉਪਾਧੀਆਂ ਧਾਰਨ ਕੀਤੀਆਂ, ਤਾਂ ਆਪਾਂ ਦੱਸ ਸਕਦੇ ਹਾਂ ਵੀ ਮਹਾਧਿਰਾਜ, ਪਰਮੇਸ਼ਵਰ, ਪਰਮ ਭਟਾਰਕ ਅਤੇ ਪ੍ਰਿਥਵੀ ਵੱਲਭ ਨਾਂ ਦੀਆਂ ਉਪਾਧੀਆਂ ਧਾਰਨ ਕੀਤੀਆਂ ਸੀ। ਉਸ ਦੀ ਸਭ ਤੋਂ ਮਹੱਤਵਪੂਰਨ ਸਫਲਤਾ ਚਾਲੁਕਿਆ ਸ਼ਾਸਨ। ਚਾਲੁਕਿਆ ਦੂਸਰਾ ਸਾਮਰਾਜ ਸੀ, ਇੱਕ ਸ਼ਕਤੀਸ਼ਾਲੀ ਸੀਗੇ ਇਹ ਵੀ। ਉਸਦਾ ਇੱਕ ਸ਼ਾਸਕ ਸੀ ਕੀਰਤੀਵਰਮਨ, ਦੂਜੇ ਨੂੰ ਹਰਾ ਕੇ ਆਪਣੀ ਸੁਤੰਤਰਤਾ ਦੀ ਘੋਸ਼ਣਾ ਕੀਤੀ ਸੀ। ਇਹ ਸਭ ਤੋਂ ਇੰਪੋਰਟੈਂਟ ਕੰਮ ਸੀ ਉਹਦਾ। ਉਸਨੇ ਕਾਂਚੀ, ਕਲਿੰਗ, ਕੌਸ਼ਲ, ਮਾਲਵ, ਲਾਟ ਅਤੇ ਟੰਕ ਦੇ ਸ਼ਾਸਕਾਂ ਨੂੰ ਹਰਾ ਕੇ ਆਪਣੇ ਰਾਜ ਦਾ ਵਿਸਥਾਰ ਕੀਤਾ ਅਤੇ ਟੰਕ ਦੇ ਸ਼ਾਸਕਾਂ ਨੂੰ ਹਰਾ ਕੇ ਆਪਣੇ ਰਾਜ ਦਾ ਵਿਸਥਾਰ ਕੀਤਾ। ਠੀਕ ਹੈ, ਦੁਬਾਰਾ ਤੋਂ ਰਿਪੀਟ ਹੋ ਗਿਆ, ਕੋਈ ਗੱਲ ਨਹੀਂ। ਅਤੇ ਇਹਨਾਂ ਨੂੰ ਹਰਾ ਕੇ ਆਪਣੇ ਰਾਜ ਦਾ ਉਹਨੇ ਵਿਸਥਾਰ ਕੀਤਾ ਸੀ। ਹੁਣ ਗੱਲ ਕਰਦੇ ਹਾਂ ਕ੍ਰਿਸ਼ਨ ਪਹਿਲਾ ਦੀ। ਦੰਤੀ ਦੁਰਗ ਦੀ ਮੌਤ ਤੋਂ ਬਾਅਦ 758 ਈਸਵੀ ਵਿੱਚ ਉਸ ਦਾ ਚਾਚਾ ਕ੍ਰਿਸ਼ਨ ਪਹਿਲਾ ਰਾਜਗੱਦੀ 'ਤੇ ਬੈਠਾ। ਦੁਬਾਰਾ ਫੇਰ ਰਿਪੀਟ ਕਰਦਾ ਮੈਂ। ਦੰਤੀ ਦੁਰਗ ਦੀ ਮੌਤ ਤੋਂ ਬਾਅਦ 758 ਵਿੱਚ ਉਸ ਦਾ ਚਾਚਾ ਕ੍ਰਿਸ਼ਨ ਪਹਿਲਾ ਰਾਜਗੱਦੀ 'ਤੇ ਬੈਠਾ। ਉਸਨੇ 768 ਈਸਵੀ ਤੱਕ ਗੰਗ ਸ਼ਾਸਕ ਸ਼੍ਰੀ ਪੁਰਸ਼ ਨੂੰ ਹਾਰ ਦਿੱਤੀ। 768 ਈਸਵੀ ਵਿੱਚ ਗੰਗ ਸ਼ਾਸਕ ਸ਼੍ਰੀ ਪੁਰਸ਼ ਨੂੰ ਹਾਰ ਦਿੱਤੀ। ਉਸਨੇ ਵੈਂਗੀ ਦੇ ਚਾਲੁਕਿਆ ਸ਼ਾਸਕ ਵਿਸ਼ਨੂਵਰਧਨ ਚੌਥੇ ਨੂੰ ਹਰਾ ਕੇ ਉਸਦੇ ਕੁਝ ਖੇਤਰਾਂ 'ਤੇ ਅਧਿਕਾਰ ਕਰ ਲਿਆ। ਕ੍ਰਿਸ਼ਨ ਪਹਿਲਾ ਭਵਨ ਨਿਰਮਾਣ ਕਲਾ ਦਾ ਮਹਾਨ ਪ੍ਰੇਮੀ ਸੀ। ਉਸਨੇ ਅਨੇਕਾਂ ਸ਼ਿਵ ਮੰਦਰਾਂ ਦਾ ਨਿਰਮਾਣ ਕਰਾਇਆ। ਇਹਨਾਂ ਵਿੱਚੋਂ ਇਲੌਰਾ ਵਿਖੇ ਬਣਿਆ ਕੈਲਾਸ਼ ਮੰਦਿਰ ਸ਼ਾਨਦਾਰ ਹੈ। ਠੀਕ ਹੈ, ਅੱਗੇ ਗੱਲ ਕਰਦੇ ਹਾਂ ਆਪਾਂ ਗੋਬਿੰਦ ਦੂਜਾ। ਗੋਬਿੰਦ ਪਹਿਲੇ ਦੀ ਮੌਤ ਤੋਂ ਬਾਅਦ
ਕ੍ਰਿਸ਼ਨ ਪਹਿਲੇ ਦੀ ਮੌਤ ਤੋਂ ਬਾਅਦ 773 ਈਸਵੀ ਵਿੱਚ ਉਸ ਦਾ ਪੁੱਤਰ ਗੋਬਿੰਦ ਦੂਜਾ ਰਾਜਗੱਦੀ ਤੇ ਬੈਠਾ। ਉਸ ਦਾ ਪੁੱਤਰ ਗੋਬਿੰਦ ਦੂਜਾ ਰਾਜਗੱਦੀ ਤੇ ਬੈਠਾ। ਉਸਨੇ 780 ਈਸਵੀ ਤੱਕ ਸ਼ਾਸਨ ਕੀਤਾ। ਉਹ ਇੱਕ ਅਯੋਗ ਸ਼ਾਸਕ ਰਿਹਾ। ਇਸ ਲਈ ਉਸ ਦੇ ਛੋਟੇ ਭਰਾ ਧਰੂਵ ਨੇ ਉਸ ਨੂੰ ਇੱਕ ਲੜਾਈ ਵਿੱਚ ਹਰਾ ਕੇ ਰਾਜਗੱਦੀ ਉੱਤੇ ਆਪਣਾ ਕਬਜ਼ਾ ਕਰ ਲਿਆ। ਦੇਖੋ, ਪਹਿਲਾਂ ਗੱਲ ਕਰਦੇ ਸੀ ਆਪਾਂ ਦੰਤੀ ਦੁਰਗ ਦੀ। ਦੰਤੀ ਦੁਰਗ ਨੂੰ ਅਸਲ ਸੰਸਥਾਪਕ ਮੰਨਿਆ ਜਾਂਦਾ। ਇਹ ਵੀ ਬਹਾਦਰ ਸੀ, ਯੋਧਾ ਸੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਇਹਨਾਂ ਨੇ ਚਾਚਾ ਕ੍ਰਿਸ਼ਨ ਪਹਿਲਾ ਦੀ, ਠੀਕ ਹੈ, ਤੇ ਇਹ ਵੀ ਸ਼ਾਸਕ ਬਹਾਦਰ ਸੀ। ਪਰ ਗੋਬਿੰਦ ਦੂਜਾ ਜਿਹੜਾ ਹੈਗਾ ਸੀ ਉਹ ਅਯੋਗ ਸ਼ਾਸਕ ਰਿਹਾ, ਜਿਹਦੇ ਕਰਕੇ ਇਹਦਾ ਛੋਟਾ ਭਰਾ ਧਰੂਵ ਨੇ ਉਸ ਨੂੰ ਲੜਾਈ ਵਿੱਚ ਹਰਾ ਕੇ ਰਾਜਗੱਦੀ ਉੱਤੇ ਆਪਣਾ ਕਬਜ਼ਾ ਕਰ ਲਿਆ। ਹੁਣ ਗੱਲ ਕਰਦੇ ਹਾਂ ਆਪਾਂ ਧਰੂਵ ਦੀ। ਧਰੂਵ ਦੇ ਰਾਜਗੱਦੀ ਤੇ ਬੈਠਣ ਦੇ ਨਾਲ ਹੀ ਰਾਸ਼ਟਰਕੂਟਾਂ ਦੇ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦਾ ਆਰੰਭ ਹੋਇਆ। ਯਾਦ ਰੱਖਿਓ, ਧਰੂਵ ਬੜਾ ਹੀ ਬਹਾਦਰ ਸ਼ਾਸਕ ਹੋਇਆ। ਉਹਦੇ ਰਾਜਗੱਦੀ ਤੇ ਬੈਠਣ ਦੇ ਨਾਲ ਰਾਸ਼ਟਰਕੂਟਾਂ ਦੇ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦਾ ਆਰੰਭ ਹੋਇਆ। ਉਸਨੇ 780 ਈਸਵੀ ਤੋਂ 793 ਈਸਵੀ ਤੱਕ ਰਾਜ ਕੀਤਾ। ਉਸਨੇ ਸਭ ਤੋਂ ਪਹਿਲਾਂ ਗੰਗ ਤੇ ਹਮਲਾ ਕੀਤਾ। ਗੰਗ ਸ਼ਾਸਕ ਸ਼੍ਰੀ ਪੁਰਸ਼ ਨੂੰ ਹਰਾ ਕੇ ਉਸਨੇ ਪੂਰੇ ਗੰਗਵਾੜ ਨੂੰ ਆਪਣੇ ਰਾਜ ਵਿੱਚ ਸ਼ਾਮਿਲ ਕਰ ਲਿਆ। ਉਸਨੇ ਪੱਲਵ ਸ਼ਾਸਕ ਦੰਤੀ ਵਰਮਨ ਅਤੇ ਵੈਂਗੀ ਦੇ ਚਾਲੁਕਿਆ ਸ਼ਾਸਕ ਵਿਸ਼ਨੂਵਰਧਨ ਚੌਥੇ ਨੂੰ ਹਰਾ ਕੇ ਦੱਖਣ ਵਿੱਚ ਆਪਣੀ ਮਹਾਨਤਾ ਸਥਾਪਿਤ ਕੀਤੀ। ਧਰੂਵ ਨੇ ਕਨੌਜ ਦੇ ਸ਼ਾਸਕ ਇੰਦਰਯੁੱਧ ਨੂੰ ਹਰਾ ਕੇ ਕਨੌਜ ਤੇ ਆਪਣਾ ਅਧਿਕਾਰ ਕਰ ਲਿਆ। ਇਸ ਤੋਂ ਬਾਅਦ ਪਾਲ ਸ਼ਾਸਕ ਧਰਮਪਾਲ ਨੂੰ ਵੀ ਹਰਾਇਆ। ਇਸ ਤਰ੍ਹਾਂ ਪੂਰੇ ਭਾਰਤ ਵਿੱਚ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਬਣ ਗਿਆ। ਦੇਖੋ, ਜੇ ਆਪਾਂ ਰਾਸ਼ਟਰਕੂਟਾਂ ਬਾਰੇ ਪੜ੍ਹਦੇ ਹਾਂ ਤਾਂ ਧਰੂਵ ਦਾ ਨਾਮ ਜਿਹੜਾ ਹੈ ਬੜਾ ਹੀ ਆਦਰ ਨਾਲ ਲਿਆ ਜਾਂਦਾ ਹੈ, ਕਿਉਂਕਿ ਇਹ ਇੱਕ ਬਹੁਤ ਸ਼ਕਤੀਸ਼ਾਲੀ ਸ਼ਾਸਕ ਸੀ। ਠੀਕ, ਅੱਗੇ ਗੱਲ ਕਰਦੇ ਹਾਂ ਜੀ ਆਪਾਂ ਗੋਬਿੰਦ ਤੀਜਾ। ਗੋਬਿੰਦ ਤੀਜੇ ਨੇ 793 ਈਸਵੀ ਤੋਂ 814 ਈਸਵੀ ਤੱਕ ਸ਼ਾਸਨ ਕੀਤਾ। ਉਹ ਵੀ ਇੱਕ ਮਹਾਨ ਸ਼ਾਸਕ ਸਿੱਧ ਹੋਇਆ। ਜਿਸ ਸਮੇਂ ਉਹ ਰਾਜਗੱਦੀ ਤੇ ਬੈਠਾ, ਉਸ ਨੂੰ ਆਪਣੇ ਭਰਾ ਦੇ ਵਿਦਰੋਹ ਦਾ ਸਾਹਮਣਾ ਕਰਨਾ ਪਿਆ, ਪਰ ਉਸਨੇ ਆਪਣੀ ਯੋਗਤਾ ਦੇ ਨਾਲ ਇਸ ਵਿਦਰੋਹ ਨੂੰ ਜਲਦੀ ਹੀ ਕੁਚਲ ਦਿੱਤਾ ਅਤੇ ਆਪਣੇ ਵੱਡੇ ਭਰਾ ਨੂੰ ਮੁਆਫ ਕਰ ਦਿੱਤਾ ਅਤੇ ਉਸ ਨੂੰ ਗੰਗਵਾੜ ਦਾ ਗਵਰਨਰ ਬਣਾ ਦਿੱਤਾ। ਉਸਨੇ ਪ੍ਰਤਿਹਾਰ ਵੰਸ਼ ਦੇ ਪ੍ਰਸਿੱਧ ਸ਼ਾਸਕ ਨਾਗਭੱਟ ਨੂੰ ਦੂਜੇ ਨੂੰ ਕਰਾਰੀ ਹਾਰ ਦਿੱਤੀ। ਇਸ ਤੋਂ ਬਾਅਦ ਉਸਨੇ ਗੋਬਿੰਦ ਤੀਜੇ ਦੇ ਚੱਕਰ ਯੁੱਧ ਨੂੰ ਹਰਾ ਕੇ ਕਨੌਜ ਤੇ ਅਧਿਕਾਰ ਕਰ ਲਿਆ। ਪਾਲ ਵੰਸ਼ ਦੇ ਪ੍ਰਸਿੱਧ ਸ਼ਾਸਕ ਧਰਮਪਾਲ ਨੇ ਵੀ ਉਸ ਦੀ ਅਧੀਨਤਾ ਨੂੰ ਸਵੀਕਾਰ ਕਰ ਲਿਆ। ਪਰ ਦੱਖਣ ਭਾਰਤ ਵਿੱਚ ਗੋਬਿੰਦ ਤੀਜੇ ਦੀ ਗੈਰਹਾਜ਼ਰੀ ਦਾ ਲਾਹਾ ਉਠਾ ਕੇ ਪੱਲਵ, ਪਾਂਡਿਆ, ਕੇਰਲ ਅਤੇ ਗੰਗ ਸ਼ਾਸਕਾਂ ਨੇ ਗੱਠਜੋੜ ਕਰ ਲਿਆ। ਪਰ ਗੋਬਿੰਦ ਤੀਜੇ ਨੇ ਇਹਨਾਂ ਸ਼ਾਸਕਾਂ ਨੂੰ ਤੁੰਗਭਦਰਾ ਦੇ ਨੇੜੇ ਹਾਰ ਦਿੱਤੀ। ਗੋਬਿੰਦ ਤੀਜੇ ਨੇ ਰਾਸ਼ਟਰਕੂਟਾਂ ਦੇ ਗੌਰਵ ਨੂੰ ਸਥਾਪਿਤ ਰੱਖਿਆ। ਚਾਹੇ ਕਿ ਉਹਦੀ ਗੈਰਹਾਜ਼ਰੀ ਵਿੱਚ ਪੱਲਵ, ਪਾਂਡਿਆ, ਕੇਰਲ ਅਤੇ ਗੰਗ ਸ਼ਾਸਕਾਂ ਨੇ ਗੱਠਜੋੜ ਕਰ ਲਿਆ, ਪਰ ਫਿਰ ਵੀ ਗੋਬਿੰਦ ਤੀਜੇ ਨੇ ਇਹਨਾਂ ਸ਼ਾਸਕਾਂ ਨੂੰ ਹਾਰ ਦਿੱਤੀ। ਇਹਦੇ ਨਾਲ ਕੀ ਹੋਇਆ, ਜਿਹੜੇ ਰਾਸ਼ਟਰਕੂਟ ਸੀ ਉਹਨਾਂ ਦੇ ਗੌਰਵ ਦੇ ਵਿੱਚ ਵਾਧਾ ਹੋਇਆ। ਵੀ ਚਾਹੇ ਕਿ ਕਈ ਰਾਜੇ ਮਿਲ ਕੇ ਉਹਦੇ ਵਿਰੁੱਧ ਹੋ ਗਏ ਸੀ, ਪਰ ਇਹਨੇ ਤੁੰਗਭਦਰਾ ਦੇ ਨੇੜੇ ਇਹਨਾਂ ਸਾਰੇ ਰਾਜਿਆਂ ਨੂੰ ਇਕੱਠਿਆਂ ਨੂੰ ਹਰਾਇਆ। ਅੱਗੇ ਨੰਬਰ ਤੇ ਗੱਲ 6 ਤੇ ਕਰਦੇ ਹਾਂ, ਅਮੋਘ ਵਰਸ਼। ਗੋਬਿੰਦ ਤੀਜੇ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ
ਅਮੋਘ ਵਰਸ਼ 814 ਈਸਵੀ ਵਿੱਚ ਰਾਜ ਗੱਦੀ ਤੇ ਬੈਠੇ। ਗੋਬਿੰਦ ਤੀਜੇ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਅਮੋਘ ਵਰਸ਼ 814 ਈਸਵੀ ਵਿੱਚ ਰਾਜ ਗੱਦੀ ਤੇ ਬੈਠਿਆ। ਉਸਨੇ 878 ਈਸਵੀ ਤੱਕ ਸ਼ਾਸਨ ਕੀਤਾ। 814 ਤੋਂ 878 ਈਸਵੀ ਤੱਕ ਇਹਨੇ ਸ਼ਾਸਨ ਕੀਤਾ। ਜਿਸ ਸਮੇਂ ਉਹ ਰਾਜਗੱਦੀ ਉੱਪਰ ਬੈਠਾ ਉਸ ਸਮੇਂ ਉਸ ਦੀ ਉਮਰ ਸਿਰਫ 6 ਸਾਲ ਦੀ ਸੀ। ਉਸਨੇ ਵੈਂਗੀ ਦੇ ਸ਼ਾਸਕ ਵਿਜੈਦੱਤ ਦੂਜੇ ਨੂੰ ਹਰਾ ਦਿੱਤਾ। ਉਸਨੇ ਪ੍ਰਤੀਹਾਰ ਸ਼ਾਸਕ ਮਿਹਰ ਭੋਜ ਨੂੰ ਦੱਖਣ ਵੱਲ ਵਧਣ ਤੋਂ ਰੋਕਿਆ। ਉਸ ਦਾ ਗੰਗ ਸ਼ਾਸਕ ਵਿਚਾਲੇ ਇੱਕ ਲੰਮੇ ਸਮੇਂ ਤੱਕ ਸੰਘਰਸ਼ ਚੱਲਦਾ ਰਿਹਾ। ਅੰਤ ਵਿੱਚ ਕੀ ਹੋਇਆ? ਅਮੋਘ ਵਰਸ਼ ਨੇ ਉਸ ਨਾਲ ਸੰਧੀ ਕਰ ਲਈ। ਕਈ ਸਾਲ ਤੱਕ ਕੀ ਹੋਇਆ? ਗੰਗ ਸ਼ਾਸਕ ਨਾਲ ਉਹਨਾਂ ਦਾ ਆਪਸ ਵਿੱਚ ਟਕਰਾਰ ਚੱਲਦਾ ਰਿਹਾ ਸੀ। ਅਖੀਰ ਨੂੰ ਕੀ ਹੋਇਆ? ਅਮੋਘ ਵਰਸ਼ ਨੇ ਉਹਨਾਂ ਨਾਲ ਸੰਧੀ ਕਰ ਲਈ ਅਤੇ ਆਪਣੀ ਇੱਕ ਪੁੱਤਰੀ ਦਾ ਵਿਆਹ ਗੰਗ ਰਾਜਕੁਮਾਰ ਨਾਲ ਕਰ ਦਿੱਤਾ। ਅੰਗ, ਵੰਗ, ਮਗਧ, ਮਾਲਵਾ ਅਤੇ ਵੈਂਗੀ ਦੇ ਸ਼ਾਸਕਾਂ ਨੇ ਅਧੀਨਤਾ ਸਵੀਕਾਰ ਕਰ ਲਈ। ਉਹ ਇੱਕ ਮਹਾਨ ਵਿਦਵਾਨ ਵੀ ਸੀ। ਕੌਣ ਮਹਾਨ ਵਿਦਵਾਨ ਸੀ? ਅਮੋਘ ਵਰਸ਼। ਠੀਕ ਹੈ, ਉਹ ਇੱਕ ਮਹਾਨ ਵਿਦਵਾਨ ਵੀ ਸੀ। ਉਸਨੇ ਕੰਨੜ ਵਿੱਚ ਕਵੀ ਰਾਜਮਾਰਗ ਅਤੇ ਸੰਸਕ੍ਰਿਤ ਵਿੱਚ ਰਤਨਮਾਲਿਕਾ ਨਾਂ ਦੇ 2 ਪ੍ਰਸਿੱਧ ਗ੍ਰੰਥਾਂ ਦੀ ਰਚਨਾ ਕੀਤੀ। ਇੱਥੋਂ ਪਤਾ ਲੱਗਦਾ ਆਪਾਂ ਨੂੰ ਵੀ ਉਹ ਕੰਨੜ ਬਾਰੇ ਵੀ ਜਾਣਕਾਰ ਸੀ, ਉਹਦੇ ਬਾਰੇ ਨੌਲੇਜ ਸੀ ਉਹਨੂੰ, ਸੰਸਕ੍ਰਿਤ ਵਾਲੇ ਵੀ ਉਹਨੂੰ ਗਿਆਨ ਸੀ, ਇੰਟੈਲੀਜੈਂਟ ਸੀ। ਉਹਨੇ 2 ਗ੍ਰੰਥਾਂ ਦੀ, ਕਵੀ ਰਾਜਮਾਰਗ ਅਤੇ ਰਤਨਮਾਲਿਕਾ ਨਾਂ ਦੇ 2 ਪ੍ਰਸਿੱਧ ਗ੍ਰੰਥਾਂ ਦੀ ਰਚਨਾ ਕੀਤੀ। ਅਰਬ ਯਾਤਰੀ ਸੁਲੇਮਾਨ, ਇਹ ਯਾਦ ਰੱਖਿਓ, ਕਈ ਵਾਰ ਆ ਜਾਂਦਾ ਹੈ ਵੀ ਸੁਲੇਮਾਨ ਕਿਸ ਦੇ ਟਾਈਮ ਦੇ ਵਿੱਚ ਆਇਆ ਸੀ, ਜੋ ਕਿ ਇੱਕ ਅਰਬ ਯਾਤਰੀ। ਤਾਂ ਆਪਾਂ ਲਿਖ ਸਕਦੇ ਹਾਂ ਵੀ ਰਾਸ਼ਟਰਕੂਟ ਦੇ ਰਾਜੇ ਅਮੋਘ ਵਰਸ਼ ਦੇ ਸ਼ਾਸਨ ਦੇ ਵਿੱਚ ਉਹ ਆਇਆ ਸੀ। ਅਰਬ ਯਾਤਰੀ ਸੀ ਸੁਲੇਮਾਨ ਨੇ ਅਮੋਘ ਵਰਸ਼ ਦੇ ਸ਼ਾਸਨ ਦੀ ਬਹੁਤ ਪ੍ਰਸ਼ੰਸਾ ਕੀਤੀ। ਨੰਬਰ 7 ਤੇ ਗੱਲ ਕਰਦੇ ਹਾਂ ਆਪਾਂ ਕ੍ਰਿਸ਼ਨ ਦੂਜਾ। ਕ੍ਰਿਸ਼ਨ ਦੂਜਾ ਨੇ 878 ਈਸਵੀ ਤੋਂ 914 ਈਸਵੀ ਤੱਕ ਸ਼ਾਸਨ ਕੀਤਾ। ਕ੍ਰਿਸ਼ਨ ਦੂਜੇ ਨੇ 878 ਈਸਵੀ ਤੋਂ 914 ਈਸਵੀ ਤੱਕ ਸ਼ਾਸਨ ਕੀਤਾ। ਉਸਨੇ ਅੰਗ, ਗੰਗ, ਕਲਿੰਗ ਅਤੇ ਮਗਧ ਦੇ ਸ਼ਾਸਕਾਂ ਨੂੰ ਹਾਰ ਦਿੱਤੀ। ਵੈਂਗੀ ਦੇ ਸ਼ਾਸਕ ਵਿਜੈਦੱਤ ਨੇ ਰਾਸ਼ਟਰਕੂਟ ਰਾਜ ਤੇ ਹਮਲਾ ਕਰਕੇ ਕ੍ਰਿਸ਼ਨ ਦੂਜੇ ਨੂੰ ਹਰਾ ਦਿੱਤਾ। ਕਿਹਨੇ? ਵੈਂਗੀ ਦੇ ਸ਼ਾਸਕ ਵਿਜੈਦੱਤ ਨੇ ਕੀ ਹੋਇਆ? ਰਾਸ਼ਟਰਕੂਟ ਰਾਜ ਤੇ ਹਮਲਾ ਕੀਤਾ ਤੇ ਕ੍ਰਿਸ਼ਨ ਦੂਜੇ ਨੂੰ ਹਰਾ ਦਿੱਤਾ। ਪਰ ਕ੍ਰਿਸ਼ਨ ਦੂਜੇ ਨੇ ਬਾਅਦ ਵਿੱਚ ਵਿਜੈਦੱਤ ਦੇ ਉੱਤਰਾਧਿਕਾਰੀ ਭੀਮ ਨੂੰ ਹਰਾ ਕੇ ਆਪਣੇ ਅਪਮਾਨ ਦਾ ਬਦਲਾ ਲਿਆ। ਕ੍ਰਿਸ਼ਨ ਦੂਜਾ ਜੈਨ ਧਰਮ ਵਿੱਚ ਵਿਸ਼ਵਾਸ ਰੱਖਦਾ ਸੀ, ਪਰ ਉਹ ਦੂਜੇ ਧਰਮਾਂ ਦਾ ਵੀ ਸਨਮਾਨ ਕਰਦਾ ਸੀ। ਠੀਕ ਹੈ, ਹੁਣ ਗੱਲ ਕਰਦੇ ਹਾਂ ਆਪਾਂ ਇੰਦਰ ਤੀਜਾ। ਇੰਦਰ ਤੀਜਾ ਕ੍ਰਿਸ਼ਨ ਦੂਜੇ ਦਾ ਪੋਤਾ ਸੀ। ਉਸਨੇ 914 ਤੋਂ 922 ਈਸਵੀ ਤੱਕ ਸ਼ਾਸਨ ਕੀਤਾ। ਜੋ ਇੰਦਰ ਤੀਜਾ ਸੀ ਉਹ ਕ੍ਰਿਸ਼ਨ ਦੂਜੇ ਦਾ ਪੋਤਾ ਸੀ। ਉਸਨੇ 914 ਤੋਂ 922 ਈਸਵੀ ਤੱਕ ਸ਼ਾਸਨ ਕੀਤਾ। ਉਸਨੇ ਪਰਮਾਰ ਅਤੇ ਚਾਲੁਕਿਆ ਸ਼ਾਸਕਾਂ ਨੂੰ ਹਰਾਇਆ, ਪਰ ਪ੍ਰਤੀਹਾਰ ਸ਼ਾਸਕ ਮਹੀਪਾਲ ਨੂੰ ਹਰਾ ਕੇ ਕਨੌਜ ਤੇ ਅਧਿਕਾਰ ਕਰ ਲਿਆ। ਇਸ ਨਾਲ ਉਸ ਦੇ ਸਨਮਾਨ ਵਿੱਚ ਵੀ ਬੜਾ ਵਾਧਾ ਹੋਇਆ। ਹੁਣ ਗੱਲ ਕਰਦੇ ਹਾਂ ਹੋਰ ਸ਼ਾਸਕਾਂ ਦੀ। ਇੰਦਰ ਤੀਜੇ ਤੋਂ ਬਾਅਦ ਰਾਸ਼ਟਰਕੂਟ ਰਾਜ ਦਾ ਪਤਨ ਆਰੰਭ ਹੋ ਗਿਆ। ਉਸ ਤੋਂ ਬਾਅਦ ਅਮੋਘ ਦੂਜਾ, ਗੋਬਿੰਦ ਚੌਥਾ, ਅਮੋਘ ਵਰਸ਼ ਤੀਜਾ, ਕ੍ਰਿਸ਼ਨ ਤੀਜਾ, ਖੋਟਿਕ, ਦੁਆਰਾ ਫੇਰ ਰਿਪੀਟ ਕਰਦਾ, ਇਸ ਤੋਂ ਬਿਨਾਂ ਹੋਰ ਸ਼ਾਸਕ ਵੀ ਨੇ ਰਾਸ਼ਟਰਕੂਟ ਵੰਸ਼ ਦੇ। ਕੀ ਹੋਇਆ? ਇੰਦਰ ਤੀਜੇ ਤੋਂ ਬਾਅਦ ਰਾਸ਼ਟਰਕੂਟ ਰਾਜ ਦਾ ਪਤਨ ਆਰੰਭ ਹੋ ਗਿਆ ਸੀ। ਇਹ ਤੋਂ ਬਾਅਦ ਅਮੋਘ ਆਇਆ, ਅਮੋਘ ਦੂਜਾ ਆਇਆ, ਗੋਬਿੰਦ ਚੌਥਾ ਆਇਆ
ਅਮੋਘ ਵਰਸ਼ ਤੀਜਾ ਆ, ਕ੍ਰਿਸ਼ਨ ਤੀਜਾ, ਖੋਟਿਕ ਅਤੇ ਕਰਕ ਦੂਜੇ ਨੇ ਸ਼ਾਸਨ ਕੀਤਾ। ਇਹਨਾਂ ਸ਼ਾਸਕਾਂ ਵਿੱਚੋਂ ਸਿਰਫ ਕ੍ਰਿਸ਼ਨ ਤੀਜਾ ਇੱਕ ਯੋਗ ਸ਼ਾਸਕ ਸੀ, ਬਾਕੀ ਸਾਰੇ ਅਯੋਗ ਸੀ। ਠੀਕ, ਤਾਂ ਹੀ ਇੱਥੇ ਮੈਂਸ਼ਨ ਕੀਤਾ ਆਪਾਂ, ਇਹਨਾਂ ਸ਼ਾਸਕਾਂ ਵਿੱਚੋਂ ਸਿਰਫ ਕ੍ਰਿਸ਼ਨ ਤੀਜਾ ਇੱਕ ਯੋਗ ਸ਼ਾਸਕ ਸੀ। ਠੀਕ, ਕਰਕ ਦੂਜਾ, ਯਾਦ ਰੱਖਿਓ, ਰਾਸ਼ਟਰਕੂਟ ਵੰਸ਼ ਦਾ ਅਖੀਰਲਾ ਸਮਰਾਟ ਕੌਣ ਸੀ? ਕਰਕ ਦੂਜਾ। ਕਰਕ ਦੂਜਾ ਇਸ ਵੰਸ਼ ਦਾ ਆਖਰੀ ਸ਼ਾਸਕ ਸੀ। ਉਸ ਨੂੰ 973 ਈਸਵੀ ਵਿੱਚ ਚਾਲੁਕਿਆ ਸ਼ਾਸਕ ਤੈਲ ਦੂਜੇ ਨੇ ਹਰਾ ਕੇ ਰਾਸ਼ਟਰਕੂਟ ਵੰਸ਼ ਦਾ ਅੰਤ ਕਰ ਦਿੱਤਾ। ਦੁਬਾਰਾ ਫੇਰ ਸੁਣ ਲਓ, ਲਾਸਟ ਸ਼ਾਸਕ ਕੌਣ ਸੀ? ਤੈਲ ਦੂਜਾ। ਤੈਲ ਦੂਜੇ ਨੂੰ ਕਰਕ ਦੂਜਾ। ਕਰਕ ਦੂਜਾ ਇਸ ਵੰਸ਼ ਦਾ ਆਖਰੀ ਸ਼ਾਸਕ ਸੀ। ਉਸ ਨੂੰ 973 ਈਸਵੀ ਵਿੱਚ ਚਾਲੁਕਿਆ ਸ਼ਾਸਕ ਤੈਲ, ਯਾਦ ਰੱਖਿਓ, ਚਾਲੁਕਿਆ ਸ਼ਾਸਕ ਤੈਲ ਦੂਜੇ ਨੇ ਹਰਾ ਕੇ ਰਾਸ਼ਟਰਕੂਟ ਵੰਸ਼ ਦਾ ਅੰਤ ਕਰ ਦਿੱਤਾ। ਇਸ ਤਰ੍ਹਾਂ ਰਾਸ਼ਟਰਕੂਟ ਵੰਸ਼ ਦਾ ਅੰਤ ਹੋ ਗਿਆ ਸੀ। ਤੇ ਅੰਤ ਕਰਨ ਵਾਲਾ ਕੌਣ ਸੀ? ਚਾਲੁਕਿਆ ਸ਼ਾਸਕ ਤੈਲ ਦੂਜਾ। ਠੀਕ, ਇਸ ਤਰ੍ਹਾਂ ਆਪਾਂ ਅੱਜ ਰਾਸ਼ਟਰਕੂਟ ਵੰਸ਼ ਜਾਂ ਰਾਸ਼ਟਰਕੂਟ ਡਾਇਨੈਸਟੀ ਬਾਰੇ ਪੜ੍ਹਿਆ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਪੜ੍ਹਾਇਆ ਹੋਇਆ ਸਮਝ ਆਇਆ ਹੋਊਗਾ। ਤੁਸੀਂ ਇਸ ਤੋਂ ਪੜ੍ਹ ਕੇ ਇਸ ਦਾ ਲਾਹਾ ਜਾਂ ਇਸ ਦਾ ਫਾਇਦਾ ਲੈ ਸਕਦੇ ਹੋ। ਠੀਕ ਹੈ ਜੀ। ਅਤੇ ਜੇ ਤੁਹਾਨੂੰ ਮੇਰਾ ਲੈਸਨ ਚੰਗਾ ਲੱਗਿਆ, ਪੜ੍ਹਾਏ ਹੋਏ ਲੈਸਨ ਚੰਗੇ ਲੱਗ ਰਹੇ ਨੇ, ਜਿਨ੍ਹਾਂ ਨੇ ਨਹੀਂ ਦੇਖੇ ਉਹ ਮੇਰੇ ਚੈਨਲ ਦੇ ਉੱਪਰ ਜਾ ਕੇ ਮੇਰੇ ਲੈਸਨ ਪੜ੍ਹਾਏ ਹੋਏ ਦੇਖ ਸਕਦੇ ਹੋ। ਇਹਨਾਂ ਲੈਸਨਸ ਨੂੰ ਦਾ ਕੋਈ ਹੋਰ ਫਾਇਦਾ ਲੈ ਸਕੇ, ਇਸ ਲਈ ਇਹਨਾਂ ਨੂੰ ਸ਼ੇਅਰ ਵੀ ਕਰਿਆ ਕਰੋ ਤਾਂ ਜੋ ਕਿਸੇ ਦੇ ਕੰਮ ਆ ਸਕਣ। ਠੀਕ ਹੈ ਜੀ। ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।